वो फिर कहना पैना इधर उधर की बात ना कर, ये बता काफला को लुटा, फिर कहना पैना और वो कहांगे। और ये ਜਿਹੜਾ ਭੜਕਾਊ ਟੋਲਾ कहना मैं तो इन्हों ये बचन इस तो ਸਾਡੇ ਇੱਥੇ ਉਹੀ ਤੁਹਾਡੇ ਵਾਲੇ ਭੜਕਾਊ ਟੋਲਾ ਹਰ ਗੱਲ ਤੇ ਸਵਾਲ ਹਰ ਗੱਲ ਤੇ ਉਹ ਸਮਝ ਗਏ ਆ, ਅਸੀਂ ਕਿਉਂ ਨਹੀਂ ਸਮਝ ਰਹੇ। ਉਹ ਸੋਸ਼ਲ ਮੀਡੀਆ ਸਿਰਫ ਉਹਨੂੰ ਬਾਲੀ ਅਹਿਮੀਅਤ ਨਾ ਦਿਓ। एक एक बंदे ने 20 30 200 आइडिया बना के बैठे ने, सारा दिन बैठे लिखी जाते। अगे जी क्यों रैली कर रहे हो लखीमपुर च? तो होया वो दसन लई कि असी ज़ाब्ते च रह गए, शांति च रह के चलना। साडे लई जितन लई हरियाणा भी जरूरी है, यूपी भी जरूरी है। सरकारां दा हंकार बहुत वड्डा हुंदा है, वो हंकार नूं तोड़न लई इन्हां नूं ऐं जुड़ के रहना पैना है। ਅੱਜ ਦੇਖੋ ਅਸੀਂ ਉੱਥੇ ਲਖੀਮਪੁਰ 'ਚ ਗੱਲ ਤਾਂ ਮਨਾ ਲਈ ਨਾ, ਆਪਦੀ ਇੱਕ ਮਨਾਈ ਨਾ ਗੱਲ। ਪਹਿਲਾਂ ਕਦੇ ਹੋਇਆ ਸੀ ਕਿ ਇੰਨੀ ਜਲਦੀ FIR ਹੋ ਜੇ? FIR ਦੇ ਵਿੱਚ ਪਿਓ ਪੁੱਤ ਦੋਨੇ ਸ਼ਾਮਲ ਹੋਣ, ਜਿਹ 'ਚ ਇੱਕ ਮਿਨਿਸਟਰ ਵੀ ਹੋਵੇ। ਇਹ ਹੋਇਆ ਨਾ, ਪਹਿਲਾਂ ਹੁੰਦਾ ਸੀ। ਉਹ ਇਹਨਾਂ ਦੀ ਤਾਕਤ ਹੈ, ਉਹ ਮੇਰੀ ਤੇ ਤੁਹਾਡੀ ਨਹੀਂ, ਇਹਨਾਂ ਦੀ ਤਾਕਤ ਹੈ। ਜਦੋਂ ਲੋਕ ਇਕਮੁੱਠ ਹੋ ਗਏ ਸਭ ਕੁਝ ਬਦਲਿਆ ਜਾਂਦਾ। ਔਰ ਡੈਮੋਕ੍ਰੈਟਿਕ ਵਰਲਡ ਇਹਦੇ ਵਿੱਚ ਲੋਕ ਹੀ ਲੋਕ ਨੇ, ਜਿੱਥੇ ਖੜ ਗਏ ਉੱਥੇ ਸਭ ਕੁਝ ਹੋ ਜੂ। ਹਰ ਵਾਰੀ ਕਰਜ਼ਾ ਲੈਂਦੇ ਸੀ, ਪੰਜਾਬ ਸਿਰ ਪਾ ਦਿੰਦੇ ਸੀ। ਅੱਜ 3 ਲੱਖ ਕਰੋੜ ਅਸੀਂ ਕਰਜ਼ਾ ਦੇਣਾ। 85 ਦੇ ਵਿੱਚ ਜ਼ੀਰੋ ਸੀ। ਇਹ ਕਿਨੇ ਕਿਨੇ ਲਿਆ ਦੱਸਣਗੇ? ਆ ਖੁਦਕੁਸ਼ੀਆਂ ਪਹਿਲਾਂ ਹੁੰਦੀਆਂ ਸੀ, ਇਹਨਾਂ ਦੀਆਂ ਕਰਤੂਤਾਂ ਕਰਕੇ ਹੋ ਰਹੀਆਂ। ਅਸੀਂ ਇਹ ਜੇ ਨਾਰਿਆਂ 'ਚ ਨਾ ਯਾਰ ਗਰੀਬੀ ਹਟਾਓ ਜੀ, ਇੱਕ ਪਹਿਲਾਂ ਨਾਰਾ ਆਇਆ ਸੀ, ਪਤਾ ਲੱਗਿਆ ਗਰੀਬਾਂ ਨੂੰ ਹੀ ਹਟਾਉਣ ਲੱਗ ਗਏ। ਕਿਸਾਨੀ ਨੂੰ ਉੱਚਾ ਚੱਕੋ ਜੀ, ਕਿਸਾਨਾਂ ਨੂੰ ਹੀ ਉੱਚਾ ਉੱਪਰ ਹੀ ਚੱਕਣ ਲੱਗੇ, ਖੁਦਕੁਸ਼ੀਆਂ ਹੀ ਹੋ ਗਈਆਂ। ਤੁਸੀਂ ਆਣੇ ਅਸੀਂ ਅੰਦਰ ਕਰਾਂਗੇ ਬੇਅਦਬੀ 'ਚ, ਮੈਂ ਆਣਾ ਚਲਾਨ ਕਦੋਂ ਪੇਸ਼ ਕਰੂੰਗੇ? ਚਲਾਨ ਪੇਸ਼ ਕਰੂੰਗੇ ਤਾਂ ਅੰਦਰ ਹੋਊ। 84 ਦਾ ਫੈਸਲਾ ਹੋ ਪਾਇਆ ਅੱਜ ਤੱਕ, ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ, ਉਦੋਂ ਰੌਲਾ ਪਾਉਂਦੇ ਨੇ, ਸਾਰਿਆਂ ਨੂੰ ਮਗਰ ਲਾਉਂਦੇ ਨੇ, ਫਿਰ ਵੰਡਦੇ ਨੇ। एक याद रखो जैसा अंदोलन ना रब है, जो रब नाल हो जाए ना फिर नहीं मसला होंदा, इसलिए अंदोलन चल रहा। ਸਤਿ ਸ਼੍ਰੀ ਅਕਾਲ ਜੀ, ਤੁਸੀਂ ਦੇਖ ਰਹੇ ਹੋ ਲੋਕ ਆਵਾਜ਼ TV ਤੇ ਮੈਂ ਮਨਿੰਦਰਜੀਤ ਸਿੱਧੂ। ਦੋਸਤੋ, ਜਦੋਂ ਤੋਂ ਲਖੀਮਪੁਰ ਖੀਰੀ ਦੇ ਵਿੱਚ ਘਟਨਾ ਹੋਈ ਹੈ, ਚਾਹੇ ਜੋ ਵੀ ਮਨੁੱਖਤਾ ਨਾਲ ਪਿਆਰ ਕਰਦਾ ਉਹਦੇ ਦਿਲ ਦੇ ਵਿੱਚ ਬੜਾ ਦਰਦ ਉੱਠਿਆ, ਕਿਉਂਕਿ ਜਿਹੜੀ ਘਟਨਾ ਹੋਈ ਆ ਉਹ ਅਣਮਨੁੱਖੀ ਹੋਈ ਹੈ। ਹਰ ਬਸ਼ਿੰਦਾ ਚਾਹੇ ਦੇਸ਼ ਦੇ ਕਿਸੇ ਵੀ ਸੂਬੇ ਦਾ ਰਹਿਣ ਵਾਲਾ ਹੋਵੇ ਇਸ ਤੇ ਦੁੱਖ ਮਨਾ ਰਿਹਾ, ਜਿਸ ਤੇ ਚੱਲਦਿਆਂ ਸਿੱਧੂਪੁਰ ਭਾਰਤੀ ਕਿਸਾਨ ਯੂਨੀਅਨ ਸਿੱਧੂਪੁਰ ਵੱਲੋਂ ਇੱਕ ਸਮਾਗਮ ਵੀ ਰੱਖਿਆ ਗਿਆ ਹੈ, ਜਿਸ ਦੇ ਵਿੱਚ ਸ਼ਹੀਦਾਂ ਨੂੰ ਸ਼ਰਧਾਂਜਲੀ ਦਿੱਤੀ ਜਾ ਰਹੀ ਹੈ ਤੇ ਸਰਕਾਰ ਨੂੰ ਸਵਾਲ ਕੀਤੇ ਜਾ ਰਹੇ ਆ। ਉੱਥੇ ਬਾਈ ਅਮਤੋਜ ਮਾਨ ਜੀ ਪਹੁੰਚੇ, ਉਹਨਾਂ ਨਾਲ ਗੱਲਬਾਤ ਕਰਦੇ ਹਾਂ। ਬਾਈ ਜੀ ਸਵਾਗਤ ਹੈ। ਥੈਂਕ ਯੂ ਜੀ, ਥੈਂਕ ਯੂ। ਬਾਈ ਜੀ, ਪਹਿਲਾਂ ਕਰਨਾਲ ਦੇ ਵਿੱਚ ਘਟਨਾ ਵਾਪਰਦੀ ਹੈ, ਮੋਗਾ ਦੇ ਵਿੱਚ ਘਟਨਾ ਵਾਪਰਦੀ ਹੈ, ਫਿਰ ਲਖੀਮਪੁਰ ਖੀਰੀ ਦੇ ਵਿੱਚ ਤਾਂ ਅੰਤ ਹੀ ਕਰ ਦਿੰਦੇ ਆ, ਦਰੜ ਕੇ ਲੰਘ ਜਾਂਦੇ ਆ। ਕੀ ਇਹ ਹੰਕਾਰ ਹਾਲੇ ਸਰਕਾਰ ਦਾ ਢਿੱਲਾ ਕਿਉਂ ਨਹੀਂ ਪੈ ਰਿਹਾ? ਸਰਕਾਰਾਂ ਦਾ ਹੰਕਾਰ ਬਹੁਤ ਵੱਡਾ ਹੁੰਦਾ ਹੈ, ਉਹ ਹੰਕਾਰ ਨੂੰ ਤੋੜਨ ਲਈ ਇਹਨਾਂ ਨੂੰ ਐਂ ਜੁੜ ਕੇ ਰਹਿਣਾ ਪੈਣਾ, ਜੁੜ ਕੇ ਰਹਿਣਾ ਪੈਣਾ, ਫਿਰ ਹੀ ਉਹ ਗੱਲ ਬਣੂਗੀ, ਨਹੀਂ ਤਾਂ ਗੱਲ ਬਣਨੀ ਨਹੀਂ। ਉਹ ਜਦੋਂ ਅਸੀਂ ਰਲ ਕੇ ਚੱਲਾਂਗੇ ਫਿਰ ਇਹਨਾਂ ਨੂੰ ਮੰਨਣਾ ਪਊਗਾ। ਅੱਜ ਦੇਖੋ ਅਸੀਂ ਉੱਥੇ ਲਖੀਮਪੁਰ 'ਚ ਗੱਲ ਤਾਂ ਮਨਾ ਲਈ ਨਾ, ਆਪਦੀ ਇੱਕ ਮਨਾਈ ਨਾ ਗੱਲ। ਪਹਿਲਾਂ ਕਦੇ ਹੋਇਆ ਸੀ ਕਿ ਇੰਨੀ ਜਲਦੀ FIR ਹੋ ਜੇ, ਇੰਨੀ ਜਲਦੀ ਮੁਆਵਜ਼ਾ ਵੀ ਦੇ ਦਿੱਤਾ ਜਾਵੇ, ਨੌਕਰੀ ਵੀ ਦੇ ਦਿੱਤੀ ਜਾਵੇ, ਔਰ FIR ਦੇ ਵਿੱਚ ਪਿਓ ਪੁੱਤ ਦੋਨੇ ਸ਼ਾਮਲ ਹੋਣ, ਜਿਹ 'ਚ ਇੱਕ ਮਿਨਿਸਟਰ ਵੀ ਹੋਵੇ। ਇਹ ਹੋਇਆ ਨਾ, ਪਹਿਲਾਂ ਹੁੰਦਾ ਸੀ। ਅੱਜ ਤਾਂ ਸਾਡੇ ਮੋਗੇ ਵੀ ਨਹੀਂ ਹੋ ਸਕਿਆ, ਈਵਨ ਕਰਨਾਲ 'ਚ ਵੀ ਨਹੀਂ ਉਹ ਹੋਇਆ, ਲਖੀਮਪੁਰ ਕਰਾ ਲਿਆ। ਉਹ ਇਹਨਾਂ ਦੀ ਤਾਕਤ ਹੈ, ਉਹ ਮੇਰੀ ਤੇ ਤੁਹਾਡੀ ਨਹੀਂ, ਇਹਨਾਂ ਦੀ ਤਾਕਤ ਹੈ। ਜਦੋਂ ਅਸੀਂ ਇਕੱਠੇ ਹੋ ਕੇ ਜਾਂਦੇ ਹਾਂ, ਲੋਕ ਜਦੋਂ ਦੇਖੋ, ਲੋਕ ਸ਼ਕਤੀ ਤੋਂ ਵੱਡੀ ਕੋਈ ਸ਼ਕਤੀ ਨਹੀਂ, ਚਾਹੇ ਉਹ ਅਮਰੀਕਾ ਹੋਵੇ, ਚਾਹੇ ਉਹ ਰਸ਼ੀਆ ਹੋਵੇ, ਕੋਈ ਨਹੀਂ, ਚਾਹੇ ਉਹ ਚਾਈਨਾ ਹੋਵੇ। ਜਦੋਂ ਲੋਕ ਇਕਮੁੱਠ ਹੋ ਗਏ ਸਭ ਕੁਝ ਬਦਲਿਆ ਜਾਂਦਾ। ਔਰ ਡੈਮੋਕ੍ਰੈਟਿਕ ਵਰਲਡ ਜਿਹਨੂੰ ਅਸੀਂ ਆਨੇ ਹੈ, ਲੋਕਤੰਤਰਕ ਯੁੱਗ ਹੈ ਜੋ, ਇਹਦੇ ਵਿੱਚ ਲੋਕ ਹੀ ਲੋਕ ਨੇ, ਜਿੱਥੇ ਖੜ ਗਏ ਉੱਥੇ ਸਭ ਕੁਝ ਹੋ ਜੂ। ਜੇ ਕਿਸੇ ਚਾਹ ਵਾਲੇ ਨੂੰ ਬਣਾ ਸਕਦੇ ਤਾਂ ਚਾਹ ਵਾਲੇ ਨੂੰ ਲਾਹ ਵੀ ਸਕਦੇ ਆ। ਸੋ ਇਹਨਾਂ ਦੇ ਹੱਥ 'ਚ ਆ ਸਾਰਾ ਕੁਝ। ਇਹਨਾਂ ਨੂੰ ਦੱਸੋ ਜ਼ਿਆਦਤੀ ਹੋਈ ਹੈ, ਇਹ ਫੀਲ ਕਰਨ, ਇਹ ਰਿਐਕਟ ਕਰਨਗੇ। ਹਾਂ, ਇਹਨਾਂ ਦੇ ਨੁਮਾਇੰਦੇ ਬਣਨਾ ਪਊਗਾ, ਕਦੇ ਇਹਨਾਂ ਦੀਆਂ ਗੱਲਾਂ ਅੱਗੇ ਪਹੁੰਚਾਉਣੀਆਂ ਪੈਣਗੀਆਂ, ਕਿਤੇ ਉਹਨਾਂ ਦੀਆਂ ਜ਼ਿਆਦਤੀਆਂ ਇਹਨਾਂ ਤੱਕ ਪਹੁੰਚਾਉਣੀਆਂ ਪੈਣਗੀਆਂ। ਕਮਿਊਨੀਕੇਟਰ ਬਣਨਾ ਪਊਗਾ ਜਿਨ੍ਹਾਂ ਨੂੰ ਥੋੜ੍ਹਾ ਬਹੁਤ ਪਤਾ ਹੈ। ਉਹ ਅਸੀਂ ਕੋਸ਼ਿਸ਼ ਕਰ ਰਹੇ ਹਾਂ, ਤੁਸੀਂ ਵੀ ਕੋਸ਼ਿਸ਼ ਕਰ ਰਹੇ ਹੋ, ਇਹ ਆਪ ਵੀ ਕੋਸ਼ਿਸ਼ ਕਰ ਰਹੇ ਨੇ। ਕਰ ਲੈਣ ਧੱਕਾ। ਇੱਕ ਤੁਸੀਂ ਗੱਲ ਸੁਣੀ ਹੋਣੀ ਪੰਜਾਬ 'ਚ ਕਿ ਚੀਜ਼ ਜਿੰਨੀ ਉੱਪਰ ਜਾਂਦੀ ਹੈ ਉਸ ਤੋਂ ਬਾਅਦ ਹੀ ਡਿੱਗਦੀ ਹੈ।
ਜਿੰਨਾ ਦੱਬਿਆ ਜਾਂਦਾ ਹੈ ਉਨਾ ਹੀ ਉਛਲਦਾ ਹੈ। ਇਹ ਦੋਨੇ ਚੀਜ਼ਾਂ ਹੋ ਰਹੀਆਂ ਨੇ। ਅਸੀਂ ਉਛਲਾਂਗੇ, ਇਹ ਡਿੱਗਣਗੇ, ਬਾਲੀ ਦੂਰ ਨਹੀਂ। ਕੁਝ ਲੋਕ ਹੈ ਜੇ ਸੰਘਰਸ਼ ਲੰਮਾ ਚੱਲਦਾ ਤਾਂ ਵੀ ਸਵਾਲ ਠਾਉਣ ਲੱਗ ਜਾਂਦੇ ਆ ਜੀ, ਬੈਠੇ ਆ ਦੇਖ ਲਓ ਕੀ ਕਰ ਲਿਆ। ਜੇ ਲਖੀਮਪੁਰ ਖੀਰੀ ਵਾਲਾ ਸਮਝੌਤਾ ਛੇਤੀ ਹੋ ਗਿਆ ਤਾਂ ਵੀ ਸਵਾਲ ਖੜਾ ਕਰ ਲੈਂਦੇ ਆ। ਉਹ ਕੀ ਚਾਹੁੰਦੇ ਆ ਲੋਕ? ਅਸਲ 'ਚ ਕੀ ਹੈ ਨਾ, ਉਹਨਾਂ ਨੇ ਪਹਿਲਾਂ ਕਰ ਲਿਆ, ਇਸ ਵਿਰੋਧ ਕਰ ਲਿਆ। ਮੈਨੂੰ ਲੱਗਦਾ ਉਹ ਬੇਵਕੂਫੀ ਕਰ ਰਹੇ ਨੇ। ਉਹਨਾਂ ਨੂੰ ਇਹ ਲੱਗਦਾ ਜੇ ਇਹ ਕਾਮਯਾਬ ਹੋ ਗਏ ਤਾਂ ਫਿਰ ਲੋਕ ਸਾਨੂੰ ਕਹਿਣਗੇ ਤੁਸੀਂ ਐਵੇਂ ਬੋਲੀ ਜਾਂਦੇ ਸੀ ਓਏ। ਸੋ ਹੁਣ ਉਹਨਾਂ ਦਾ ਯਤਨ ਇਸ 'ਚ ਹੈ ਕਿ ਵਿਫਲ ਹੋ ਜੇ ਕੰਮ, ਫਿਰ ਅਸੀਂ ਕਹਿ ਸਕੀਏ ਕਿ ਦੇਖੋ ਅਸੀਂ ਤਾਂ ਪਹਿਲਾਂ ਹੀ ਕਹਿ ਰਹੇ ਸੀ। ਮੈਂ ਉਹਨਾਂ ਨੂੰ ਵੀ ਤੁਹਾਡੇ ਰਾਹੀਂ ਅਪੀਲ ਕਰਦਾ, ਤੁਸੀਂ ਸਾਡੇ ਹੀ ਹੋ। ਗਲਤੀਆਂ ਸਾਰਿਆਂ ਤੋਂ ਹੁੰਦੀਆਂ, ਲੀਡਰਾਂ ਤੋਂ ਵੀ ਹੋਈਆਂ ਨੇ, ਮੈਥੋਂ ਵੀ ਹੁੰਦੀਆਂ, ਤੁਹਾਥੋਂ ਵੀ, ਉਹਨਾਂ ਤੋਂ ਵੀ ਹੋ ਗਈਆਂ ਹੋਣੀਆਂ। ਵਾਪਸ ਆ ਜਾਓ, ਰਲ ਕੇ ਜਿੱਤੀਏ, ਕਿਉਂਕਿ ਇਹ ਜਿੱਤ ਨਾਲ ਸਾਨੂੰ ਉਹਨਾਂ ਨਹੀਂ ਮਿਲਣਾ। ਜਿਹੜਾ ਇਸ ਜਿੱਤ ਤੋਂ ਉਤਸ਼ਾਹਤ ਹੋ ਕੇ ਫਿਰ ਅਸੀਂ ਜਿੱਤਾਂਗੇ, ਫਿਰ ਬਦਲਣਾ ਸਾਰਾ ਕੁਝ। ਫਿਰ ਇਹ ਸਾਡੀ ਕਿੱਲੇ ਪਿੱਛੇ ਇਨਕਮ ਵੀ ਬਦਲੂਗੀ, ਬਿਜਲੀ ਦੇ ਰੇਟ ਵੀ ਘੱਟ ਹੋਣਗੇ। ਆ ਜਿਹੜੇ ਤਹਿਸੀਲਦਾਰ ਤੋਂ ਲੈ ਕੇ ਥਾਣੇਦਾਰਾਂ ਤੋਂ ਲੈ ਕੇ ਜਿਨ੍ਹਾਂ ਨੇ ਲੁੱਟ ਮਚਾਈ ਹੈ, ਇਹ ਵੀ ਬੰਦੇ ਦੇ ਪੁੱਤ ਬਣਨਗੇ, ਕਿਉਂਕਿ ਇਹ ਵੀ ਸਾਡੇ ਹੀ ਨੇ। ਇਹਨਾਂ ਨੂੰ ਸਮਝਾਉਣਾ ਪਊਗਾ ਕਿ ਹੁਣ ਐ ਨਹੀਂ ਚੱਲਣਾ। ਉਹ ਫਿਰ ਕਹਿਣਾ ਪੈਣਾ ਇਧਰ ਉਧਰ ਕੀ ਬਾਤ ਨਾ ਕਰੀਏ, ਪਤਾ ਕਾਫਲਾ ਕੋ ਲੁੱਟਾ, ਫਿਰ ਕਹਿਣਾ ਪੈਣਾ। ਔਰ ਉਹ ਕਹਾਂਗੇ, ਔਰ ਇਹ ਜਿਹੜਾ ਭੜਕਾਊ ਟੋਲਾ ਕਹਿੰਦਾ, ਮੈਂ ਤਾਂ ਇਹਨਾਂ ਨੂੰ ਇਹ ਬਚਨ ਇਸ ਤੋਂ ਇਹ ਨਾ ਕਰਨ। ਇਹਦੇ ਨਾਲ ਕੱਲ ਨੂੰ ਤੇਜਾ ਸਿੰਘ, ਲਾਲ ਸਿੰਘ ਬਣ ਕੇ ਉੱਭਰਨਗੇ। ਕੁਛ ਉੱਭਰ ਚੁੱਕੇ ਨੇ, ਕੁਛ ਉੱਭਰ ਜਾਣਗੇ। ਬਚੋ ਇਸ ਗੱਲ ਤੋਂ। ਅਗੇ ਜੀ ਕਿਉਂ ਰੈਲੀ ਕਰ ਰਹੇ ਹੋ ਲਖੀਮਪੁਰ 'ਚ? ਤਾਂ ਉਹ ਹੋਇਆ ਉਹ ਦੱਸਣ ਲਈ ਕਿ ਅਸੀਂ ਜ਼ਾਬਤੇ 'ਚ ਰਹਿ ਕੇ, ਸ਼ਾਂਤੀ 'ਚ ਰਹਿ ਕੇ ਚੱਲਣਾ। ਸਾਡੇ ਲਈ ਇਹ ਜਿੱਤਣ ਲਈ ਹਰਿਆਣਾ ਵੀ ਜ਼ਰੂਰੀ ਹੈ, ਯੂਪੀ ਵੀ ਜ਼ਰੂਰੀ ਹੈ, ਬਾਕੀ ਦੇਸ਼ ਵੀ ਜ਼ਰੂਰੀ ਹੈ। ਤੇ ਇਹ ਜੀ ਕੋਈ ਭੜਕਾਹਟ ਉੱਥੇ ਨਹੀਂ ਕਰਨੀ ਜਿਹਦੇ ਨਾਲ ਉਹ ਸਾਡੇ ਉਲਟ ਹੋਣ। ਇਸ ਲਈ ਕਰ ਰਹੇ ਹਾਂ ਇਹ ਰੈਲੀ। ਭਾਈ ਹਰਿਆਣੇ ਦੇ ਵਿੱਚ ਅਸੀਂ ਦੇਖਿਆ ਜਦੋਂ ਕਰਨਾਲ ਜਿਹੜਾ ਕੁਝ ਵਾਪਰਿਆ ਉਹ ਤੋਂ ਬਾਅਦ ਧਰਨਾ ਲੱਗਿਆ, ਉੱਥੇ ਜਿਹੜਾ ਆਗੂ ਸੀ ਜਾਂ ਲੋਕ ਸੀ ਜਾਂ ਨੌਜਵਾਨ ਸੀ, ਉਹ ਕਹਿੰਦੇ ਸੀ ਜੋ ਸੰਯੁਕਤ ਕਿਸਾਨ ਮੋਰਚਾ ਫੈਸਲਾ ਦਿੰਦਾ ਸਾਨੂੰ ਮਨਜ਼ੂਰ ਹੈ। ਸਾਡੇ ਇੱਥੇ ਉਹੀ ਤੁਹਾਡੇ ਵਾਲੇ ਭੜਕਾਊ ਟੋਲਾ ਹਰ ਗੱਲ ਤੇ ਸਵਾਲ, ਹਰ ਗੱਲ ਤੇ ਉਹ ਸਮਝ ਗਏ ਆ, ਅਸੀਂ ਕਿਉਂ ਨਹੀਂ ਸਮਝ ਰਹੇ? ਉਹ ਸੋਸ਼ਲ ਮੀਡੀਆ ਸਿਰਫ ਉਹਨੂੰ ਬਾਲੀ ਅਹਿਮੀਅਤ ਨਾ ਦਿਓ। ਆ ਗਰਾਊਂਡ ਤੇ ਤੁਸੀਂ ਵੇਖਦੇ ਨਹੀਂ, ਆ ਜਨ ਸਮੂਹ ਬੈਠਾ, ਆ ਖੜੇ ਨੇ ਸਾਰੇ। ਗੱਲ ਤਾਂ ਫਿਰ ਸਿਰਾਂ ਦੀ ਹੋਊਗੀ ਨਾ। ਕੌਣ ਆ ਤੁਹਾਡੇ ਨਾਲ? ਕੱਲਾ ਇੱਕ ਇੱਕ ਬੰਦੇ ਨੇ 20-20, 30-30, 200-200 ਆਈਡੀਆਂ ਬਣਾ ਕੇ ਬੈਠੇ ਨੇ, ਸਾਰਾ ਦਿਨ ਬੈਠੇ ਲਿਖੀ ਜਾਂਦੇ। ਮੈਨੂੰ ਦੱਸੋ, ਮੈਂ ਇੱਕ ਮੈਸੇਜ ਲਿਖਣਾ ਹੋਵੇ, ਤੁਸੀਂ ਲਿਖਣਾ ਹੋਵੇ, ਮਸਲਾ ਹੋ ਜਾਂਦਾ ਹੈ। ਇਹ ਬੈਠੇ ਲਿਖੀ ਜਾਂਦੇ ਨੇ ਸਾਰਾ ਦਿਨ, ਇਹਨਾਂ ਦਾ ਹੋਰ ਕੋਈ ਕੰਮ ਹੀ ਨਹੀਂ। ਵਿਹਲੇ ਨੇ, ਇਸੇ ਕੰਮ ਤੇ ਨੇ। ਔਰ ਉਹਨਾਂ ਨੂੰ ਮੈਂ ਫਿਰ ਕਹੂੰਗਾ, ਕੋਈ ਗੱਲ ਨਹੀਂ, ਗਲਤੀ ਹੋ ਜਾਂਦੀ ਹੈ, ਪਲੀਜ਼ ਵਾਪਸ ਆਓ। ਇਵੇਂ ਨਾ ਸਮਝੋ ਕਿ ਤੁਸੀਂ ਇੱਕ ਵਾਰੀ ਗਲਤ ਲਿਖ ਲਿਆ ਤਾਂ ਹੁਣ ਤੁਸੀਂ ਸਟੈਂਡ ਹੀ ਲੈ ਲਓਗੇ, ਮੈਂ ਤਾਂ ਗਲਤ ਹੀ ਲਿਖਣਾ। ਕੁਛ ਨਹੀਂ ਹੋਣਾ, ਨਾਲ ਆ ਜਾਓ, ਤੁਸੀਂ ਭਰਾ ਹੋ ਸਾਡੇ। ਅਸੀਂ ਤੁਹਾਨੂੰ ਹੱਥ ਜੋੜ ਕੇ ਆਨੇ, ਸਾਡੇ ਨਾਲ ਆ ਜਾਓ, ਇਹੋ ਜਿਹਾ ਕੰਮ ਨਾ ਕਰੋ, ਭੜਕਾਓ ਨਾ। ਇਹ ਅਸੀਂ ਇੱਕ ਮੁੱਠ ਰਹਿਣਾ। ਅਸੀਂ ਲੀਡ ਕੀਤੀ ਸੀ ਪੰਜਾਬ ਨੇ, ਅਗਵਾਈ ਬਣਾ ਕੇ ਰੱਖਣੀ ਹੈ, ਕਿਉਂਕਿ ਜਦੋਂ ਅਸੀਂ ਬਦਲ ਲਿਆ, ਦੁਨੀਆ ਮੰਨੀ ਬੈਠੀ ਹੈ, ਫਿਰ ਅਸੀਂ ਵੀ ਮਨਾਵਾਂਗੇ, ਹੈ ਨਾ ਜੀ। ਇਹ ਜ਼ਰੂਰੀ ਹੈ। ਜਦੋਂ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਸੱਤਾ ਵਿੱਚ ਆਉਣਾ ਸੀ, ਉਹ ਕਹਿੰਦੇ ਸੀ ਮੈਂ ਚਾਹ ਵਾਲਾ ਚੌਂਕੀਦਾਰ ਹਾਂ, ਕਈ ਮਤਲਬ ਉਹ ਸ਼ਬਦ ਵਰਤੇ ਜਿਹੜੇ ਲੋਕਾਂ ਨੂੰ ਟੁੰਬਣ। ਤੇ ਹੁਣ ਚਰਨਜੀਤ ਸਿੰਘ ਚੰਨੀ ਸੱਤਾ ਦੇ ਵਿੱਚ ਤਬਦੀਲ ਕੀਤੀ ਹੈ, ਇਹ ਵੀ ਹੁਣ ਉਹੀ ਗੱਲਾਂ ਕਰਦੇ ਆ ਵੀ ਮੈਂ ਤਾਂ ਤੁਹਾਡੇ ਵਰਗਾ, ਮੈਂ ਗਰੀਬ ਹਾਂ। ਕਿਵੇਂ ਦੇਖਦੇ ਹੋ? ਵਾਕਈ ਉਹੀ ਗੱਲਾਂ ਹੈ ਜਾਂ ਕੁਝ ਵੱਖਰਾ ਕਰਕੇ ਦੇਖੇ? ਮੈਨੂੰ ਲੱਗਦਾ ਪਹਿਲਾਂ ਨਾਲੋਂ ਫਰਕ ਆਇਆ। ਵੈਸੇ ਤੁਸੀਂ ਇਹ ਗੱਲਾਂ ਇਹਨਾਂ ਤੋਂ ਪੁੱਛਿਓ ਜੇ ਕਿ ਕੀ ਇਹ ਵੋਟ ਇਸ ਗੱਲ ਤੇ ਪਾਉਣਗੇ ਸਾਡੇ ਵਰਗਾ ਹੈ, ਜਾਂ ਇਸ ਗੱਲ ਤੇ ਪਾਉਣਗੇ ਕਿ ਪਾਲਿਸੀਆਂ ਕਿਹਦੀਆਂ ਸਹੀ ਨੇ। ਇਹ ਬਿਜਲੀ ਦਾ ਬਿੱਲ ਫੋਰ ਏ ਟਾਈਮ ਘੱਟ ਕੀਤਾ ਜਾਂ ਪਰਮਾਨੈਂਟ ਘੱਟ ਰਹੂਗਾ? ਕੀ ਅਸੀਂ 11 ਰੁਪਏ ਤੋਂ ਘਟਾ ਕੇ 5 ਰੁਪਏ ਕਰਾਂਗੇ? ਕੀ ਅਸੀਂ ਚਲੋ ਜਿਹੜੇ ਤਬਕੇ ਨੂੰ ਮਾਫ ਕੀਤਾ, ਕੀ ਇਹ ਪਰਮਾਨੈਂਟ ਮਾਫ ਰਹੂਗਾ? ਅਸੀਂ ਤੁਹਾਡੇ ਨਾਲ ਹੈ। ਨਾਲ ਇਹ ਵੀ ਦੱਸ ਦਿਓ, ਇਹ 1200 ਕਰੋੜ ਜਿਹੜਾ ਪੰਜਾਬ ਦੇ ਖਜ਼ਾਨੇ ਦੇ ਭਾਰ ਪਊਗਾ, ਇਹ ਪੈਸਾ ਕਿੱਥੋਂ ਆਊਗਾ? ਇਹ ਸਾਥੋਂ ਹੀ ਲਾਉਂਗੇ ਨਾ। ਸਾਡੇ 50,000 ਕਰੋੜ ਜਾਂ 65,000 ਕਰੋੜ ਦੇ ਡੈਫਿਸਿਟ ਮੀਨ ਘਾਟੇ 'ਚ ਆ ਸੀ। ਉਹ ਜਿੱਥੇ ਸਾਡੇ ਘਰ 'ਚ ਪਹਿਲਾਂ ਹੀ ਦਾਲ ਰੋਟੀ ਨਾ ਪੱਕਦੀ ਹੋਵੇ, ਅਸੀਂ ਕਹੀਏ ਤੁਸੀਂ ਚਿਕਨ ਖਾ ਲਓ, ਪਨੀਰ ਖਾ ਲਓ, ਫਿਰ ਰੋਟੀ ਤੋਂ ਵੀ ਜਾਵਾਂਗੇ। ਐਂ ਹੀ ਹੋਇਆ ਨਾ। ਪਹਿਲਾਂ ਹਰ ਵਾਰੀ ਕਰਜ਼ਾ ਲੈਂਦੇ ਸੀ, ਪੰਜਾਬ ਸਿਰ ਪਾ ਦਿੰਦੇ ਸੀ। ਅੱਜ 3 ਲੱਖ ਕਰੋੜ ਅਸੀਂ ਕਰਜ਼ਾ ਦੇਣਾ। 85 ਦੇ ਵਿੱਚ ਜ਼ੀਰੋ ਸੀ। ਇਹ ਕਿਹਨੇ ਲਿਆ ਦੱਸਣਗੇ? ਫਾਇਦਾ ਕੀ ਹੋਇਆ ਸਾਨੂੰ? ਆ ਖੁਦਕੁਸ਼ੀਆਂ ਪਹਿਲਾਂ ਹੁੰਦੀਆਂ ਸੀ, ਇਹਨਾਂ ਦੀਆਂ ਕਰਤੂਤਾਂ ਕਰਕੇ ਹੋ ਰਹੀਆਂ। ਸੋ ਮੈਨੂੰ ਇਹ ਨਹੀਂ, ਇਹ ਪ੍ਰਾਈਵੇਟ ਇੰਡੀਵਿਜੂਅਲ ਖਰਾਬ ਹੋ ਸਕਦੇ। ਇਹਨਾਂ ਨੂੰ ਸਮਝਣਾ ਪਊਗਾ ਕਿ ਅਸੀਂ ਇਹੋ ਜਿਹਾ ਕੁਛ ਨਾ ਕਰੀਏ। ਅਸੀਂ ਇਹੋ ਜਿਹੇ ਨਾਅਰਿਆਂ 'ਚ ਨਾ ਆਈਏ। ਗਰੀਬੀ ਹਟਾਓ ਜੀ, ਇੱਕ ਪਹਿਲਾਂ ਨਾਅਰਾ ਆਇਆ ਸੀ, ਪਤਾ ਲੱਗਿਆ ਗਰੀਬਾਂ ਨੂੰ ਹੀ ਹਟਾਉਣ ਲੱਗ ਗਏ। ਕਿਸਾਨੀ ਨੂੰ ਉੱਚਾ ਚੱਕੋ ਜੀ, ਕਿਸਾਨਾਂ ਨੂੰ ਹੀ ਉੱਚਾ ਉੱਪਰ ਹੀ ਚੱਕਣ ਲੱਗੇ, ਖੁਦਕੁਸ਼ੀਆਂ ਹੀ ਹੋ ਗਈਆਂ। ਇਹ ਜਿਹੀਆਂ ਗੱਲਾਂ ਤੋਂ ਬਚਣਾ ਪਊਗਾ। ਨਾਅਰਿਆਂ ਤੇ ਨਹੀਂ ਜਾਣਾ। ਕਹਿੰਦੇ ਪੇਪਰ ਤੇ ਲੈ ਕੇ ਆਓ, ਲਿਖ ਕੇ ਦਿਓ ਕਿੰਨੇ ਚਿਰ 'ਚ ਹੋਊਗਾ। ਤੁਸੀਂ ਆਣੇ ਅਸੀਂ ਅੰਦਰ ਕਰਾਂਗੇ ਬੇਅਦਬੀ 'ਚ, ਮੈਂ ਆਣਾ ਚਲਾਨ ਕਦੋਂ ਪੇਸ਼ ਕਰੂੰਗੇ?
ਚਲਾਨ ਪੇਸ਼ ਕਰੂੰਗੇ ਤਾਂ ਅੰਦਰ ਹੋਊ, ਜਾਂ ਸਾਨੂੰ ਵਿਖਾਉਣ ਲਈ ਗੋਗਲੂਆ ਤੇ ਮਿੱਟੀ ਝਾੜਨੀ ਹੈ ਜਾ ਕੇ ਅੰਦਰ ਲਿਆ ਫਿਰ ਬਾਹਰ ਲੈ ਜਾਂਦਾ। ਬਹੁਤ ਲੋਕਾਂ ਨੇ ਅਰਦਾਸ ਸੁਣੀ ਸੀ। ਸਹੀ ਗੱਲ ਤਾਂ ਕਰੋ ਯਾਰ, ਦੱਸੋ ਤਾਂ ਸਹੀ ਕੀ ਹੋਇਆ। ਕਿੰਨੀਆਂ FIR ਕਰ ਚੁੱਕੇ ਹੋ ਤੁਸੀਂ, ਹਾਈ ਕੋਰਟ ਦੇ ਵਿੱਚ ਕੇਸ ਦਾ ਜਲੂਸ ਨਿਕਲ ਚੁੱਕਿਆ ਹੈ। ਕਰ ਕੀ ਰਹੇ ਹੋ, ਭੜਕਾ ਰਹੇ ਹੋ। ਫਿਰ ਉਸ ਤੋਂ ਬਾਅਦ ਫਿਰ ਇਸੇ ਨਾਂ ਤੇ 84 ਦਾ ਫੈਸਲਾ ਹੋ ਪਾਇਆ ਅੱਜ ਤੱਕ, ਕਿਉਂ ਨਹੀਂ ਹੋ ਪਾਇਆ? ਕਿਉਂਕਿ ਇਹਨਾਂ ਨੇ ਵੋਟਾਂ ਲੈਣੀਆਂ ਹੁੰਦੀਆਂ, ਉਦੋਂ ਰੌਲਾ ਪਾਉਂਦੇ ਨੇ, ਸਾਰਿਆਂ ਨੂੰ ਮਗਰ ਲਾਉਂਦੇ ਨੇ, ਫਿਰ ਵੰਡਦੇ ਨੇ। ਤੂੰ ਹਿੰਦੂ ਹੈ, ਤੂੰ ਮੁਸਲਮਾਨ ਹੈ, ਤੂੰ ਸਿੱਖ ਹੈ, ਤੂੰ ਜੱਟ ਹੈ, ਤੂੰ ਹਰੀਜਨ ਹੈ, ਤੂੰ ਫਲਾਨਾ ਹੈ, ਤੂੰ ਫਲਾਨਾ ਹੈ, ਔਰ ਫਿਰ ਵੋਟਾਂ ਲੈ ਕੇ ਫਿਰ ਤੁਸੀਂ ਆਵੇ ਦੀ ਸਿੱਜੋ। ਅਸੀਂ ਵੰਡੇ ਨਹੀਂ ਜਾਣਾ, ਅਸੀਂ ਸਭ ਭਰਾ ਹੈ, ਕੋਈ ਕੁਛ ਨਹੀਂਗਾ, ਕੋਈ ਹਿੰਦੂ ਨਹੀਂ, ਕੋਈ ਸਿੱਖ ਨਹੀਂ, ਕੋਈ ਮੁਸਲਮਾਨ ਨਹੀਂ, ਕੋਈ ਜੱਟ ਨਹੀਂ, ਕੋਈ ਹਰੀਜਨ ਨਹੀਂ, ਕੋਈ ਮਿਸਤਰੀ ਨਹੀਂ, ਕੋਈ ਫਲਾਨਾ ਨਹੀਂ, ਅਸੀਂ ਸਭ ਇੱਕ ਹੈ, ਕੋਈ ਫਰਕ ਨਹੀਂ ਸਾਡੇ 'ਚ। ਜਦੋਂ ਅਸੀਂ ਐ ਰਿਐਕਟ ਕਰਾਂਗੇ, ਆ ਕੈਨੇਡਾ 'ਚ ਇਲੈਕਸ਼ਨ ਹੋਈ, ਕੈਨੇਡਾ 'ਚ ਮੈਂ ਕਿਹਾ ਯਾਰ ਟੂਡੋ ਨੇ ਬਹੁਤ ਸਾਰੇ ਮੁਸਲਮਾਨ ਲੈ ਕੇ ਆਂਦੇ ਨੇ, ਕੀ ਇਹ ਇੱਥੋਂ ਦੇ ਗੋਰੇ ਉਹਦੇ ਉਲਟ ਤਾਂ ਨਹੀਂ ਹੋ ਗਏ? ਉਹਦੇ ਗੋਰਿਆਂ ਨੂੰ ਬੁਰਾ ਲੱਗਿਆ, ਪਰ ਜਦੋਂ ਉਹਨਾਂ ਨੇ ਵੋਟ ਪਾਈ ਤਾਂ ਉਹਨਾਂ ਦੇ ਪਾਲਿਸੀ ਕਿਹਦੀ ਚੰਗੀ ਹੈ, ਜਿਹਨੂੰ ਸਾਡੇ ਨਿੱਤ ਦਾ ਰਹਿਣਾ ਸਾਡਾ ਬੈਟਰ ਹੋ ਜੇ ਉਹਨੂੰ ਵੋਟ ਪਾਈ। ਆ ਹੁੰਦੀ ਗੱਲ। ਇਹਨਾਂ ਨੇ ਚੰਗੇ ਨਹੀਂ ਹੋਣਾ, ਲੋਕਾਂ ਨੂੰ ਚੰਗੇ ਹੋਣਾ ਪਊਗਾ। ਇਹ ਸਪਲਾਈ ਤੇ ਡਿਮਾਂਡ ਦਾ ਜ਼ਮਾਨਾ, ਬੰਦੇ ਦੇ ਪੁੱਤ ਬਣ ਜਾਣਗੇ। ਫਿਰ ਇੱਕ ਸਵਾਲ ਹੈ ਬਾਲੀਵੁੱਡ ਨੂੰ ਲੈ ਕੇ, ਇੱਕ ਸ਼ਾਹਰੁਖ ਖਾਨ ਦੇ ਮੁੰਡੇ ਤੋਂ ਚਰਸ ਫੜੀ ਗਈ ਇੱਕ ਪਾਰਟੀ ਦੇ ਵਿੱਚ, ਅਡਾਨੀ ਦੇ ਜੇ ਪੋਰਟ ਤੋਂ ਫੜੀ ਜਾਂਦੀ ਹੈ ਅਰਬਾਂ ਰੁਪਈਆਂ ਦੀ, ਉਹ ਤੇ ਮੀਡੀਆ ਸਵਾਲ ਨਹੀਂ ਉਠਾਉਂਦਾ, ਉਹ ਤੇ ਚਰਚਾ ਨਹੀਂ ਹੁੰਦੀ, BJP ਦਾ ਕੋਈ ਲੀਡਰ ਬਿਆਨ ਦਿੰਦਾ। ਸ਼ਾਹਰੁਖ ਖਾਨ ਤੇ ਸਿਰਫ ਇਸੇ ਕਰਕੇ ਕਿਉਂ ਮੁਸਲਮਾਨ ਹੈ? 21,000 ਕਰੋੜ ਦੀ ਉਹ ਫੜੀ ਗਈ ਹੈ, ਜਿਹੜੇ ਅਡਾਨੀ ਦੇ ਪੋਰਟ ਤੋਂ ਫੜੀ ਗਈ ਹੈ। ਉਹ ਮੈਨੂੰ ਲੱਗਦਾ ਪਤਾ ਨਹੀਂ ਕਿੰਨੀ ਗ੍ਰਾਮ, ਉਹਦੇ 'ਚ ਵੀ ਉੱਥੋਂ ਦੀ ਸਰਕਾਰ ਦੀ ਜਿਹੜੀ NSP ਹਿੱਸੇਦਾਰ ਆ, ਉਹ ਕਹਿ ਰਹੀ ਹੈ ਕਿ ਸਾਜ਼ਿਸ਼ ਹੈ। ਕੀ ਕਰ ਕਿਹੜੇ ਕੰਮ ਤੇ, ਕੀ ਸਰਕਾਰਾਂ ਸਾਡੀਆਂ ਇਸ ਕੰਮ ਤੇ ਲੱਗੀਆਂ ਕਿ ਕਿਹਦੀ ਜੇਬ 'ਚ ਕੀ ਪਾਉਣਾ ਤੇ ਫਿਰ ਉਹ ਤੇ ਕੇਸ ਕਰਨਾ? ਇਹ ਤਾਂ ਪਿੰਡਾਂ ਵਾਲੇ ਛੱਡ ਗਏ ਕਿ ਗਵਾਂਢੀਆਂ ਦੇ ਘਰੇ ਰੱਖ ਦਿਓ ਕੁਛ। ਇਹ ਸਰਕਾਰ ਲੱਗੀ ਹੋਈ ਹੈ ਇਸ ਕੰਮ ਤੇ, ਲਾਹਨਤ ਹੈ, ਸ਼ਰਮ ਆਉਣੀ ਚਾਹੀਦੀ। ਮੈਂ ਕੀ ਇਹ ਜੀ ਗੱਲ ਤੇ ਕਹਿ ਸਕਦੇ, ਸ਼ਰਮ ਕਹਿ ਸਕਦੇ। ਔਰ ਕਮਾਲ ਦੀ ਗੱਲ ਹੈ, ਉਸ ਦਿਨ ਸਾਰੀ ਮੀਡੀਆ ਇਸ ਤੇ ਲੱਗਿਆ ਹੋਇਆ ਸੀ, ਜਦ ਕਿ ਲਖੀਮਪੁਰ 'ਚ 4 ਆਪਣੇ ਬੰਦੇ ਸ਼ਹੀਦ ਹੋ ਗਏ ਸੀ, 3 ਉਹਨਾਂ ਦੇ ਮਾਰੇ ਗਏ ਸੀ। ਉਹਦੀ ਖਬਰ ਨਹੀਂ ਆ ਰਹੀ ਸੀ, ਰਾਤ ਤੱਕ ਨਹੀਂ ਆਈ, ਫਿਰ ਖਬਰ ਆਈ। ਜੇ ਉਹ ਵੀਡੀਓ ਨਾ ਆਉਂਦੀ ਤਾਂ ਹੋ ਸਕਦਾ ਹੈ ਮੀਡੀਆ ਨੇ ਇਹ ਸਾਬਤੀ ਕਰ ਦੇਣਾ, ਫਿਰ ਤਾਂ ਮੰਨਣਾ ਹੀ ਨਹੀਂ ਸੀ, ਫਿਰ ਤਾਂ ਕਹਿੰਦੇ ਰੋੜੇ ਮਾਰੇ ਅਸੀਂ। ਇਹ ਇੱਕ ਯਾਦ ਰੱਖੋ, ਜੇ ਅੰਦੋਲਨ ਨਾਲ ਰੱਬ ਹੈ, ਜਦੋਂ ਰੱਬ ਨਾਲ ਹੋ ਜੇ ਨਾ ਫਿਰ ਨਹੀਂ ਮਸਲਾ ਹੁੰਦਾ ਕੋਈ। ਇਸੇ ਲਈ ਅੰਦੋਲਨ ਚੱਲ ਰਿਹਾ। ਉਹ ਰੱਬ ਕਿਸੇ ਇਹਨਾਂ ਦੀ ਸ਼ਕਲ 'ਚ, ਕਿਤੇ ਇਹਨਾਂ ਦੀ ਸ਼ਕਲ 'ਚ, ਕਿਤੇ ਮੇਰੀ ਸ਼ਕਲ 'ਚ, ਕਿਤੇ ਤੁਹਾਡੀ ਸ਼ਕਲ 'ਚ ਰੱਬ ਹੈ। ਰੱਬ ਨੇ ਜਿਤਾ ਹੀ ਦੇਣਾ, ਜਿੱਤਾਂਗੇ। ਬਹੁਤ ਬਹੁਤ ਧੰਨਵਾਦ ਬਾਈ ਜੀ। ਤਾਂ ਗੱਲਬਾਤ ਕੀਤੀ ਅਮਤੋਜ ਮਾਨ ਸਾਡੇ ਨਾਲ ਨੇ, ਉਹ ਕਹਿੰਦੇ ਉਹਨਾਂ ਦਾ ਵੀ ਇਹੀ ਕਹਿਣਾ ਹੈ ਕਿ ਜਿਹੜਾ ਭੜਕਾਊ ਟੋਲਾ ਉਹਨਾਂ ਨੇ ਕਿਹਾ ਵੀ ਜਿਹੜਾ ਸੋਸ਼ਲ ਮੀਡੀਆ ਦੇ ਉੱਤੇ ਭੜਕਾਉਂਦਾ ਹੈ, ਵੰਡਦਾ ਹੈ, ਉਹ ਤੋਂ ਬਚ ਕੇ ਰਹਿਣ ਦੀ ਲੋੜ ਹੈ। ਕਿਸਾਨੀ ਅੰਦੋਲਨ ਦੀ ਬੜੀ ਵੱਡੀ ਪ੍ਰਾਪਤੀ ਹੈ ਜਿਹੜਾ ਲਖੀਮਪੁਰ ਖੀਰੀ ਦੇ ਵਿੱਚ ਕੁਝ ਹੀ ਘੰਟਿਆਂ ਦੇ ਵਿੱਚ ਉਹਨਾਂ ਨੂੰ ਜਿਹੜੇ ਸ਼ਹੀਦ ਹੋਏ ਆ ਉਹਨਾਂ ਦੇ ਪਰਿਵਾਰਾਂ ਨੂੰ ਮੁਆਵਜ਼ਾ ਮਿਲਣਾ, ਪਰਚੇ ਦਰਜ ਹੋਣੇ ਤੇ ਮੰਤਰੀ ਦਾ ਨਾਂ ਪਰਚੇ ਦੇ ਵਿੱਚ ਆਉਣਾ ਇੱਕ ਬਹੁਤ ਵੱਡੀ ਪ੍ਰਾਪਤੀ ਹੈ। ਉਹਨਾਂ ਇੱਥੋਂ ਤੱਕ ਕਿਹਾ, ਨਾਲ ਹੀ ਉਹਨਾਂ ਕਿਹਾ ਕਿ ਜਿਹੜਾ ਸ਼ਾਹਰੁਖ ਖਾਨ ਦੇ ਮੁੰਡੇ ਨੂੰ ਟਾਰਗੇਟ ਕੀਤਾ ਜਾਣਾ, ਇਹ ਵੀ ਕਿਤੇ ਨਾ ਕਿਤੇ ਸਰਕਾਰ ਤੇ ਗੋਦੀ ਮੀਡੀਆ ਦੀ ਚਾਲ ਹੈ। ਕੈਮਰਾ ਪਰਸਨ ਹਮਤਾਜ ਢੱਲਾ ਦੇ ਨਾਲ ਮਨਿੰਦਰਜੀਤ ਸਿੱਧੂ, ਲੋਕ ਵਾਈ ਟੀਵੀ।